ਜਿਹੜੇ SIT ਦੀ ਜਾਂਚ ਕਰ ਰਹੇ ਸੀ ਕੁਮਰ ਵਿਜੇ ਪ੍ਰਤਾਪ ਇਹ ਗੱਲ ਕਹਿੰਦੇ ਨੇ ਕਿ ਵਕੀਲਾਂ ਨੇ ਸਹੀ ਤਰ੍ਹਾਂ ਕੰਮ ਨਹੀਂ ਕੀਤਾ। ਪਰ ਇੱਕ ਗੱਲ ਪੱਕੀ ਹੈ ਵੀ ਇਹਦੇ ਤੇ ਕਾਰਵਾਈ ਹੋਣੀ ਹੈ, ਕੁਦਰਤ ਵੀ ਚਾਹੁੰਦੀ ਹੈ ਤੇ ਕਰਨੀ ਵੀ ਪਊਗੀ, ਇਹ ਹੋਏਗੀ। ਰਵਨੀਤ ਸਿੰਘ ਬਿੱਟੂ ਕਹਿੰਦੇ ਆ ਕਿ ਕੈਪਟਨ ਬਾਦਲਾਂ ਤੇ ਸੌਫਟ ਕਿਉਂ ਨੇ। ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ SIT ਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ। ਭਾਰਤ ਭੂਸ਼ਣ ਆਸ਼ੂ ਵੀ ਕਹਿੰਦੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਇਹਦੇ ਤੇ ਫੈਸਲਾਕੁਨ ਕਾਰਵਾਈ ਹੋਣੀ ਚਾਹੀਦੀ ਹੈ। ਇਹ ਰਵਨੀਤ ਬਿੱਟੂ ਕਹਿੰਦੇ ਕੈਪਟਨ ਸੌਫਟ ਨੇ ਬਾਦਲ। ਕੋਈ ਕੈਪਟਨ ਸਾਹਿਬ ਤਾਂ ਬਾਰ-ਬਾਰ ਕਹਿ ਚੁੱਕੇ ਕੋਈ ਸੌਫਟਨੈਸ ਨਹੀਂ ਹੈ, ਪਰ ਜਾਬਤਾ ਤਾਂ ਪੂਰਾ ਹੁੰਦਾ ਕਾਨੂੰਨ ਦਾ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਨੂੰ ਤੁਸੀਂ ਕਾਮਯਾਬ ਮੰਨਦੇ ਹੋ ਜਾਂ ਨਹੀਂ? ਇਹ ਹੁਣ ਸਿਰਫ ਜ਼ਿੱਦ ਪੁਗਾਈ ਗਈ ਹੈ, ਕਿਸਾਨਾਂ ਦੇ ਖਾਤੇ 'ਚ RTGS ਰਾਹੀਂ ਸਿੱਧੀ ਅਦਾਇਗੀ ਪਿਛਲੀਆਂ 3 ਫਸਲਾਂ ਤੋਂ ਜਾ ਰਹੀ ਸੀ। ਬਾਰਦਾਨੇ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕੀ ਹੈ ਇਸ ਸਮੇਂ? ਜੂਟ ਮਿਲਾਂ ਨੇ ਹੱਥ ਖੜੇ ਕੀਤੇ, ਅਸੀਂ ਨਹੀਂ ਇੰਨੀ ਪ੍ਰੋਡਕਸ਼ਨ ਕਰ ਸਕਦੇ ਦੇ ਸਕਦੇ, ਔਰ ਇਹ ਜਿਹੜੀ ਬਾਰਦਾਨੇ ਦੀ ਪ੍ਰੋਬਲਮ ਹੈ ਇਹ ਸਾਰੇ ਨੇਸ਼ਨ 'ਚ ਸਾਰੇ ਦੇਸ਼ 'ਚ ਹੀ ਹੈ। ਬਾਰਦਾਨੇ ਦੀ ਬਲੈਕ ਹੋਣ ਲੱਗ ਗਈ, ਜਿੰਨਾ ਕੋ ਹੈਗਾ ਉਹਨਾਂ ਨੇ ਸਟਾਕ ਕਰ ਲਿਆ ਬਾਰਦਾਨਾ ਔਰ ਉਹ ਬਲੈਕ ਦੇ ਵਿੱਚ ਵੇਚ ਰਹੇ ਨੇ। ਅਸੀਂ ਜਿਹੜਾ ਟੈਂਡਰ ਹੈ ਉਹ ਜਿਨ੍ਹਾਂ ਨੇ ਸਟਾਕ ਕੀਤਾ ਹੋਇਆ ਉਹਨਾਂ ਨੂੰ ਵੀ ਅਸੀਂ ਟੈਂਡਰ 'ਚ ਲੈ ਲਿਆ ਹੋਇਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਟਰਾਂਸਪੋਰਟੇਸ਼ਨ ਲਿਫਟਿੰਗ ਔਰ ਟਰਾਂਸਪੋਰਟੇਸ਼ਨ ਦਾ ਕੰਮ ਸੀਗਾ ਉਸ ਦੇ ਵਿੱਚ ਕਈ ਜਗ੍ਹਾ ਤੇ MLA ਜਾਂ ਹਲਕਾ ਇੰਚਾਰਜ ਇੰਟਰਫੇਅਰ ਕਰ ਰਿਹਾ ਹੈ। ਇਕੱਲੇ ਟਰਾਂਸਪੋਰਟੇਸ਼ਨ ਦੇ ਵਿੱਚ ਹੀ ਪੰਜਾਬ ਸਰਕਾਰ ਨੇ 400 ਕਰੋੜ ਦੇ ਕਰੀਬ ਬਚਤ ਕੀਤੀ ਹੈ ਸਾਰੇ ਆਪਰੇਸ਼ਨ। ਤੁਹਾਨੂੰ ਲੱਗਦਾ ਕਿ ਇਹ ਚੀਜ਼ ਨੂੰ ਚੈੱਕ ਕਰਨ ਦੀ, ਇੱਕ ਵਾਰ ਕ੍ਰਾਸ ਚੈੱਕ ਕਰਨ ਦੀ ਲੋੜ ਹੈ? ਪੋਲੀਟੀਕਲ ਬੰਦਾ ਤਾਂ ਨਾ ਪਬਲਿਕ ਲਾਈਫ 'ਚ ਆਉਂਦੇ ਹੀ ਪਤਾ ਨਹੀਂ, ਉਹਨੂੰ ਟੈਗ ਦੇ ਦਿੰਦੇ ਆ ਅਸੀਂ ਵੀ ਇਹ ਚੋਰ ਹੈ, ਡਾਕੂ ਹੈ। ਤੁਸੀਂ ਇੱਕ ਗ੍ਰੇਨ ਡੈਮੇਜ ਦੀ ਚਿੱਠੀ ਲਿਖੀ ਸੀ ਕਰੀਬ 16 ਅਪ੍ਰੈਲ ਨੂੰ ਸੈਂਟਰ ਗਵਰਨਮੈਂਟ ਨੇ ਲਿਖੀ ਸੀ, ਜਿਹੜਾ ਦਾਣਾ ਬਦਰੰਗ ਹੋ ਰਿਹਾ ਜਾਂ ਖਰਾਬ ਹੋ ਰਿਹਾ ਜਾਂ ਟੁੱਟਿਆ ਹੈ ਉਹਦੀ ਖਰੀਦ ਦੇ ਲਈ ਕੁਝ ਰਿਲੈਕਸੇਸ਼ਨ, ਕੁਝ ਰਾਹਤ ਦਿੱਤੀ ਜਾਵੇ। ਉਸ ਚਿੱਠੀ ਦਾ ਬਣਿਆ ਕੀ? ਸੈਂਪਲ ਵਗੈਰਾ ਚਲਾ ਗਿਆ ਸੀ ਉੱਥੇ, ਪਰ ਉਸ ਤੋਂ ਇਨੀਸ਼ੀਅਲੀ ਢੇਰੀਆਂ ਤੋਂ ਬਾਅਦ ਜਿਹੜੀ ਫਸਲ ਆਈ ਉਹ ਬੜੀ ਖੂਬਸੂਰਤ, ਉੱਥੇ ਬੜੀ ਸਾਫ਼ ਸੁਥਰੀ ਫਸਲ ਆਈ ਤੇ ਉਹ ਪ੍ਰਕਿਉਰ ਹੋਣ ਲੱਗ ਗਈ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਪੰਜਾਬ ਦੇ ਵਿੱਚ ਦੇਸ਼ ਭਰ ਦੇ ਨਾਲ ਪਹਿਲੀ ਵਾਰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯੋਜਨਾ ਦੇ ਜ਼ਰੀਏ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਸੀਗਾ ਕਿ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪਹਿਲਾਂ ਨਾਲੋਂ ਬਿਹਤਰ ਜਿਹੜਾ ਪ੍ਰਬੰਧ ਹੈ ਉਹ ਮਿਲੇਗਾ, ਅਦਾਇਗੀ ਸਿੱਧੀ ਹੋਏਗੀ, ਸੁਖਾਲੀ ਹੋਏਗੀ। ਪਰ ਬਹੁਤ ਸਾਰੀਆਂ ਸ਼ਿਕਾਇਤਾਂ ਅਜੇ ਵੀ ਮੰਡੀਆਂ ਦੇ ਵਿੱਚੋਂ ਆ ਰਹੀਆਂ ਨੇ। ਕਿਸਾਨਾਂ ਦਾ ਪੱਖ ਇੱਕ ਹੈਗਾ ਤੇ ਆੜਤੀਆਂ ਦਾ ਇੱਕ ਹੈਗਾ। ਹਾਲਾਂਕਿ ਆੜਤੀਆਂ ਨੂੰ ਪਹਿਲਾਂ ਹੀ ਇਸ ਸਿਸਟਮ ਦੇ ਵਿੱਚੋਂ ਬਾਹਰ ਕੀਤਾ ਗਿਆ ਹੈ, ਪਰ ਅਜੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਹੜੇ ਆੜਤੀ ਲਗਾਤਾਰ ਕਰ ਰਹੇ ਨੇ। ਸਾਡੇ ਨਾਲ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੁੜ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਿਸਟਮ ਦੇ ਜ਼ਰੀਏ ਖਰੀਦ ਕਿਸ ਤਰ੍ਹਾਂ ਦੇ ਨਾਲ ਹੋ ਰਹੀ ਹੈ। ਮੰਤਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਸਰ, ਸਭ ਤੋਂ ਪਹਿਲਾਂ ਇਹ ਵਾਲਾ ਐਕਸਪੈਰੀਮੈਂਟ ਤੁਹਾਡੇ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹਿ ਰਿਹਾ? ਇੱਕ ਕੰਪਲਸਿਵ ਐਕਸਪੈਰੀਮੈਂਟ, ਕਿਉਂਕਿ ਕਾਫੀ ਤੁਸੀਂ ਦੇਖਿਆ ਹੋਣਾ ਮਹੀਨਾ ਡੇਢ ਮਹੀਨਾ ਸੈਂਟਰ ਗਵਰਨਮੈਂਟ ਨਾਲੇ ਰੇਡਕਾ ਹੀ ਚੱਲਦਾ ਰਿਹਾ। ਡਾਇਰੈਕਟ ਟ੍ਰਾਂਸਫਰ ਫਾਰਮਰਸ ਨੂੰ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੈਟ ਕਰ ਰਹੇ ਸੀ, ਕਿਉਂਕਿ ਪਿਛਲੇ 3 ਸੀਜ਼ਨਸ ਤੋਂ ਅਸੀਂ ਡਾਇਰੈਕਟ ਕਿਸਾਨਾਂ ਨੂੰ ਪੇਮੈਂਟ ਦੇ ਰਹੇ ਸੀਗੇ, ਪਰ ਦੇ ਥਰੂ ਆੜਤੀਆਜ਼ ਰਹੇ ਸੀ, ਕਿਉਂਕਿ ਸਾਡੀ APMC ਐਕਟ ਦੇ ਵਿੱਚ ਉਹਨਾਂ ਦੀ ਐਗਜ਼ਿਸਟੈਂਸ ਅਸੀਂ ਆਪ ਮੰਨਦੇ ਹਾਂ। ਸਟੇਟ ਗਵਰਨਮੈਂਟ ਹੈ, ਐਗਰੀਕਲਚਰ ਸਬਜੈਕਟ ਸਟੇਟ ਸਬਜੈਕਟ ਹੈ, ਤੇ ਸਟੇਟ ਦੇ ਐਕਟਸ ਦੀ ਸੈਂਟਰ ਗਵਰਨਮੈਂਟ ਨੂੰ ਵੀ ਥੋੜੀ ਜੀ ਸਤਿਕਾਰ ਕਰਨਾ ਚਾਹੀਦਾ। ਪਰ ਠੀਕ ਹੈ, ਕਿਉਂਕਿ ਅਸੀਂ ਉਹਨਾਂ ਦੇ ਬਿਹਾਫ ਤੇ ਪ੍ਰੋਕਿਉਰਮੈਂਟ ਕਰਦੇ ਹਾਂ, ਕੁਝ ਉਹਨਾਂ ਦੀਆਂ ਇੰਸਟਰਕਸ਼ਨਸ ਵੀ ਸਾਨੂੰ ਮੰਨਣੀਆਂ ਪੈਂਦੀਆਂ। ਅਸੀਂ ਬੇਸਿਕਸ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਖਰੀਦ ਹੁਣ ਤੱਕ ਕਿੰਨੀ ਹੋ ਗਈ ਹੈ? MSP ਤੇ ਕਿੰਨੀ? 54 ਲੱਖ ਮੀਟ੍ਰਿਕ ਟਨ ਦੀ ਅਰਾਈਵਲ ਹੋ ਗਈ, ਔਰ ਉਹਦੇ ਵਿੱਚੋਂ ਅਸੀਂ 50 ਲੱਖ ਪ੍ਰੋਕਿਉਰ ਕਰ ਚੁੱਕੇ ਹਾਂ, ਖਰੀਦ ਚੁੱਕੇ ਹਾਂ। ਸਾਰੀਆਂ ਏਜੰਸੀਜ਼ ਜਿੰਨੀਆਂ ਪ੍ਰੋਕਿਉਰਿੰਗ ਏਜੰਸੀਜ਼ ਨੇ ਉਹਨਾਂ ਨੇ ਕਾਫੀ ਜਿੰਨੀ ਸਪੀਡ ਨਾਲ ਆਈ ਫਸਲ, ਇਹ ਸਪੀਡ ਕਦੀ ਅੱਗੇ ਦੇਖਣ ਨੂੰ ਮਿਲੀ ਨਹੀਂ। ਆਲਮੋਸਟ ਪਿਛਲੇ ਸਾਲ ਨਾਲੋਂ 9 ਗੁਣਾ ਤੇਜ਼ੀ ਨਾਲ ਫਸਲ ਆਈ। ਪਿਛਲੇ ਸਾਲ ਅੱਜ ਦੀ ਤਰੀਕ ਤੱਕ ਜਿੰਨੀ ਫਸਲ ਆਈ ਹੋਈ ਸੀ ਉਸ ਤੋਂ 9 ਗੁਣਾ ਜ਼ਿਆਦਾ ਫਸਲ ਆ ਚੁੱਕੀ ਹੋਈ ਮੰਡੀਆਂ ਤੇ ਸਾਡੇ ਪ੍ਰੋਕਿਉਰਿੰਗ ਏਜੰਸੀਜ਼ ਦੇ ਬੰਦੇ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਸਪੋਰਟ, ਫਟਾਫਟ ਇਹਦੀ ਪ੍ਰੋਕਿਉਰਮੈਂਟ ਵੀ ਕੀਤੀ ਗਈ। ਉਹਦੇ ਨਾਲ ਥੋੜੀਆਂ ਮੁਸ਼ਕਿਲਾਂ ਆਉਂਦੀਆਂ ਜਦੋਂ ਆਪਰੇਸ਼ਨ ਇੰਨਾ ਤੇਜ਼ ਹੋ ਜਾਏ। ਸਭ ਤੋਂ ਪਹਿਲਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਿਸ ਤਰ੍ਹਾਂ ਦੇ ਨਾਲ ਇਹ ਚੱਲ ਰਿਹਾ ਹੈ? ਪੇਮੈਂਟ ਕਿਸ ਤਰ੍ਹਾਂ ਦੇ ਨਾਲ ਹੋ ਰਹੀ ਹੈ ਕਿਸਾਨਾਂ ਨੂੰ?
ਇਹ ਇਨੀਸ਼ੀਅਲੀ ਤਾਂ ਬਹੁਤ ਸਲੋ ਸੀਗੀ, ਕਿਉਂਕਿ 10 ਤਰੀਕ ਨੂੰ ਇਮੀਡੀਏਟ ਉਹ ਜਿਹੜਾ ਨਵਾਂ ਸਿਸਟਮ ਸੀਗਾ ਉਹਦੇ ਤੇ ਸਾਰਿਆਂ ਦੀ ਸਹਿਮਤੀ ਬਣੀ। 11 ਨੂੰ ਅਸੀਂ ਮਾਸਟਰ ਟ੍ਰੇਨਰ ਤਿਆਰ ਕਰੇ ਤੇ ਸਾਰੀਆਂ ਡਿਸਟ੍ਰਿਕਾਂ 'ਚ ਭੇਜੇ। ਉਹ ਮੰਡੀ ਟੂ ਮੰਡੀ ਸਾਰੇ ਆੜਤੀ, ਉਹਨਾਂ ਦੇ ਮੁਨੀਮ, ਅਕਾਊਂਟੈਂਟ ਸਭ ਨੂੰ ਜਾਣੂ ਕਰਵਾਇਆ ਗਿਆ ਵੀ ਇਸ ਸਿਸਟਮ ਦੇ ਵਿੱਚ ਤੁਸੀਂ ਕਿਸ ਤਰੀਕੇ ਆਪਣੀ ਉਹਦੀ ਬਿਲਿੰਗ ਕਰਨੀ ਹੈ ਔਰ ਫਸਲ ਦੀ ਜਿਹੜੀ ਖਰੀਦ ਆ ਉਹ ਦਾਖਲ ਕਰਨੀ ਹੈ। ਅੱਜ 19 ਤਰੀਕ ਹੈ, 19 ਤਰੀਕ ਤੱਕ ਅਸੀਂ 1141 ਕਰੋੜ ਦੀ ਪੇਮੈਂਟ ਕਰ ਚੁੱਕੇ ਹਾਂ ਤੇ ਅੱਜ ਦੇ ਦਿਨ 'ਚ ਹੀ ਅਸੀਂ ਤਕਰੀਬਨ 1500 ਕਰੋੜ ਦੀ ਹੋਰ ਪੇਮੈਂਟ ਕਰ ਦੇਣੀ ਹੈ। ਹੁਣ ਸਿਸਟਮ ਬਿਲਕੁਲ ਸਮੂਥ ਹੋ ਗਿਆ। ਇਨੀਸ਼ੀਅਲੀ ਥੋੜੇ ਜਿਹੇ ਹਿਕਅਪ ਸੀਗੇ, ਥੋੜ੍ਹੀਆਂ ਮੁਸ਼ਕਿਲਾਂ ਸੀਗੀਆਂ, ਉਹ ਆੜਤੀਆਂ ਨੂੰ ਸਮਝਾਉਣ 'ਚ ਸੀਗੀਆਂ, ਉਹਨਾਂ ਦੇ ਮੁਨੀਮਾਂ ਨੂੰ ਸਮਝਾਉਣ 'ਚ ਸੀਗੀਆਂ। ਜਿਵੇਂ ਜਿਵੇਂ ਸਾਰਿਆਂ ਨੂੰ ਸਮਝਾਈ ਗਏ, ਕਿਸੇ ਨੂੰ ਕਿਤੇ ਥੋੜੀ ਬਹੁਤ ਮੁਸ਼ਕਿਲ ਆ ਰਹੀ ਸੀਗੀ, ਕਿਸੇ ਦਾ ਸਿਸਟਮ ਉਹਦੇ ਨਾਲ ਇੰਟੈਗਰੇਟ ਨਹੀਂ ਹੋ ਰਿਹਾ ਸੀ, ਸਾਰੀਆਂ ਮੁਸ਼ਕਿਲਾਂ ਦੂਰ ਕਰਦੇ ਹੋਏ ਅਸੀਂ ਅੱਜ ਇਸ ਪੋਜੀਸ਼ਨ ਤੇ ਆ ਵੀ ਜੋ ਪੇਮੈਂਟ ਅਸੀਂ ਅੱਗੇ ਫਟਾਫਟ ਪੰਜਾਬ ਸਰਕਾਰ ਦਾ ਨਾਮ ਹੁੰਦਾ ਸੀਗਾ ਬਈ ਇਧਰੋਂ ਖਰੀਦ ਹੋਈ ਤੇ ਉਧਰ 72 ਘੰਟਿਆਂ 'ਚ ਪੇਮੈਂਟ ਕਿਸਾਨਾਂ ਦੇ ਖਾਤੇ 'ਚ, ਉਹੀ ਹੁਣ ਤੁਸੀਂ ਅਗਲੇ 2 ਦਿਨਾਂ 'ਚ ਦੇਖੋਗੇ ਸਾਰੀ ਪੇਮੈਂਟ ਉਹਨਾਂ ਦੇ ਖਾਤਿਆਂ 'ਚ ਪਹੁੰਚ ਕਿੰਨੇ ਕੁ ਕਿਸਾਨ ਜਿਹੜੇ ਨੇ ਉਹ ਤੁਹਾਡੇ ਨਾਲ ਆਨਲਾਈਨ ਰਜਿਸਟਰ ਹੋ ਗਏ ਜਿਨ੍ਹਾਂ ਨੂੰ ਡਾਇਰੈਕਟ ਟ੍ਰਾਂਸਫਰ ਹੋਣੀ ਹੈ? ਇਹ ਮੈਂ ਤੁਹਾਨੂੰ ਦੱਸ ਦਿਆਂ, ਕਿਉਂਕਿ ਜਦੋਂ 3 ਫਸਲਾਂ ਪਹਿਲਾਂ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਤਾਂ ਅਸੀਂ ਸ਼ੁਰੂ ਕਰ ਦਿੱਤੀ ਸੀ। ਅਨਾਜ ਖਰੀਦ ਪੋਰਟਲ ਜਿਹੜਾ ਸਾਡਾ ਸੀਗਾ ਉਹਦੇ ਥਰੂ, ਉਹਦੇ 'ਚ ਕਿਸਾਨ ਆਲਰੇਡੀ ਸਾਡੇ ਨਾਲ 11 ਲੱਖ ਦੇ ਕਰੀਬ ਰਜਿਸਟਰਡ ਸੀਗਾ। ਜਿਹੜਾ ਫਸਲ ਕਦੇ ਪੈਡੀ ਦੀ ਲਿਆਉਂਦਾ ਹੈ ਜਾਂ ਵੀਟ ਦੀ ਲਿਆਉਂਦਾ ਹੈ, ਉਹ ਰਜਿਸਟ੍ਰੇਸ਼ਨ ਦੀ ਕੋਈ ਇੰਨੀ ਪ੍ਰੋਬਲਮ ਨਹੀਂ ਸੀ ਕਿ ਉਹ ਅਸੀਂ ਪਿਛਲਾ ਡਾਟਾ ਵੀ ਲੈ ਸਕਦੇ ਹਾਂ। ਪਰ ਨਾਲ ਦੀ ਨਾਲ ਹੁਣ ਉਹ ਕਿਸਾਨਾਂ ਨੂੰ ਵੀ ਗਾਈਡ ਕਰਦੇ ਜਾ ਰਹੇ ਹਾਂ। ਜਿਵੇਂ ਮੰਡੀ 'ਚ ਸਾਡੇ ਅਫੀਸ਼ੀਅਲਸ ਬੈਠੇ ਨੇ ਤੇ ਉਵੇਂ ਜਿਹੜੇ ਆੜਤੀ ਨੇ ਉਹ ਵੀ ਨਵੇਂ ਸਿਸਟਮ ਦੇ ਨਾਲ ਨਾਲ ਜਿਵੇਂ ਜਿਵੇਂ ਜਾਣੂ ਹੋਈ ਜਾ ਰਹੇ ਆ ਉਹ ਵੀ ਉਹਨਾਂ ਨੂੰ ਦੱਸਦੇ ਜਾ ਰਹੇ ਆ ਔਰ ਜਿਵੇਂ ਕਿਸਾਨ ਦੇ ਖਾਤੇ 'ਚ ਸਿੱਧੀ ਪੇਮੈਂਟ ਜਾ ਰਹੀ ਹੈ, ਕਿਸਾਨ ਬੜਾ ਖੁਸ਼ ਹੋ ਰਿਹਾ। ਇੱਕ ਚੀਜ਼ ਹੈ ਆਸ਼ੂ ਜੀ, ਬਹੁਤ ਸਾਰੇ ਕਿਸਾਨਾਂ ਨੇ ਔਰ ਆੜਤੀਆਂ ਨੇ ਇਹ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਜਿਹੜੀ ਉਹਨਾਂ ਦੀ ਪੋਰਟਲ ਦੇ ਨਾਲ ਰਜਿਸਟ੍ਰੇਸ਼ਨ ਹੈ ਉਹ ਬਹੁਤ ਸਲੋ ਹੋ ਰਹੀ ਹੈ। ਕਹਿੰਦੇ ਕਿ ਇੰਨੀ ਜ਼ਿਆਦਾ ਰਜਿਸਟ੍ਰੇਸ਼ਨ ਇੱਕਦਮ ਇਕੱਠਿਆਂ ਕਰਨੀ ਪੈ ਰਹੀ ਹੈ ਸਿੱਧੀ ਅਦਾਇਗੀ ਲਈ ਕਿ ਪੋਰਟਲ ਹੀ ਕ੍ਰੈਸ਼ ਹੋ ਜਾਂਦਾ ਵਾਰ-ਵਾਰ, 2-2 4-4 ਘੰਟੇ ਰੋਜ਼ ਬੰਦ ਰਹਿੰਦਾ। ਅਸੀਂ ਉਹਦਾ ਸਰਵਰ ਵੀ ਵਧਾ ਦਿੱਤਾ ਹੋਇਆ ਹੈ। ਇਨੀਸ਼ੀਅਲੀ ਜਦੋਂ ਨਵਾਂ ਸਿਸਟਮ ਹੁੰਦਾ ਹੈ ਥੋੜ੍ਹੀਆਂ ਮੁਸ਼ਕਿਲਾਂ ਜ਼ਰੂਰ ਆਉਂਦੀਆਂ। ਪੋਰਟਲ ਕ੍ਰੈਸ਼ ਹੋਣਾ 1-2 ਦਿਨ ਪਹਿਲਾਂ ਹੋਇਆ ਵੀ ਉਹਨੂੰ ਦੁਬਾਰਾ ਕਿਸ ਤਰੀਕੇ ਉਹਨੂੰ ਵਧਾ ਕੇ ਵੀ ਬੰਦੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਆ ਜਾਣ, ਕੋਈ ਮੁਸ਼ਕਿਲ ਨਾ ਆਵੇ, ਇਹ ਨਾਲ ਦੀ ਨਾਲ ਇੰਪਰੂਵਮੈਂਟ ਉਹਦੇ 'ਚ ਹੁੰਦੀ ਰਹੀ ਹੈ। ਪਰ ਸਭ ਤੋਂ ਜ਼ਿਆਦਾ ਮੁਸ਼ਕਿਲ ਇਹ ਸੀਗੀ ਵੀ ਉਸ ਪੋਰਟਲ ਦੇ ਉੱਤੇ ਜਾਣਾ ਕਿੱਦਾਂ ਹੈ, ਉਹਦੀ ਰਜਿਸਟ੍ਰੇਸ਼ਨ ਕਿੱਦਾਂ ਕਰਨੀ ਹੈ, ਉਹ ਜ਼ਿਆਦਾ ਵੱਡੀ ਸ਼ਿਕਾਇਤ ਸੀਗੀ। ਅਸੀਂ ਉਹਨੂੰ ਵੀ ਦੂਰ ਕੀਤਾ। ਪੋਰਟਲ ਕ੍ਰੈਸ਼ ਨਾ ਹੋਵੇ, ਜਿੰਨੀ ਤੇਜ਼ੀ ਨਾਲ ਇਸ ਵਾਰੀ ਕਹਿਣ ਲੱਗਾ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਸਮਝ ਨਹੀਂ ਆ ਰਹੀ ਕਿ ਅਪਡੇਟ ਕਿਸ ਤਰ੍ਹਾਂ ਦੇ ਨਾਲ ਕਰੀਏ, ਅਸੀਂ ਪੋਰਟਲ ਨਾਲ ਕਿਸ ਤਰ੍ਹਾਂ ਜੁੜੀਏ ਔਰ ਕਿਵੇਂ ਸਿੱਧੀ ਪੇਮੈਂਟ ਲੈ ਸਕੀਏ। ਪਹਿਲੇ ਸੌਖਾ ਸੀ, ਆੜਤੀ ਕੋ ਸਿੱਧੇ ਪੈਸੇ ਚੱਕ ਲਈਦੇ ਸੀ ਜਾ ਕੇ ਇੱਕ ਫੋਨ ਕਾਲ ਤੇ। ਹੁਣ ਇਸ ਦਿੱਕਤ ਦਾ ਸੋਲੂਸ਼ਨ ਕੀ ਕਰ ਰਹੇ ਹੋ, ਕਿਉਂਕਿ ਇਹਦਾ ਅਸਰ ਸਿੱਧਾ ਪੇਮੈਂਟ ਦੀ ਦੇਰੀ ਤੇ ਹੋਣਾ? ਨਹੀਂ ਪਮਿਲ ਜੀ, ਮੈਂ ਤੁਹਾਨੂੰ ਉਹੀ ਦੱਸਣਾ ਚਾਹਨਾ, ਕਿਸਾਨਾਂ ਵੱਲੋਂ ਇਹ ਨਹੀਂ ਸ਼ਿਕਾਇਤ ਨਹੀਂ ਹੈ, ਸ਼ਿਕਾਇਤ ਆੜਤੀਆਂ ਵੱਲੋਂ ਸੀਗੀ। ਕਿਉਂਕਿ ਕਿਸਾਨਾਂ ਨੂੰ ਤਾਂ ਅਸੀਂ 2.5 ਸਾਲ ਤੋਂ ਡਾਇਰੈਕਟ ਪੇਮੈਂਟ ਦੇ ਰਹੇ ਹਾਂ, ਉਹ ਰਜਿਸਟਰਡ ਹੈ। ਆੜਤੀਆਂ ਦੀ ਵੀ ਸ਼ਿਕਾਇਤ ਹੈ, ਬਿਲਕੁਲ ਠੀਕ ਕਹਿ ਰਹੇ ਹੋ, ਦੋਨੋਂ ਕਿਸਾਨਾਂ ਦੀ ਵੀ ਔਰ ਆੜਤੀਆਂ ਦੀ ਵੀ। ਕਿਸਾਨ ਨੇ ਜਾਣਾ ਹੀ ਨਹੀਂ ਹੁੰਦਾ ਪੋਰਟਲ ਤੇ, ਕਿਸਾਨ ਨੇ ਆਪਣੇ ਆੜਤੀ ਨੂੰ ਨੋਟ ਕਰਾਤਾ, ਆੜਤੀ ਨੇ ਉਹ ਫਸਲ ਸਾਰੀ ਉੱਤੇ ਚਾੜ ਦੇਣੀ ਹੈ, ਉਹਨੂੰ ਰਜਿਸਟਰ ਕਰ ਦੇਣਾ ਹੈ, ਨਾਲ ਆੜਤ ਉਹਦੀ ਇੰਟੀਗ੍ਰੇਟ ਹੋ ਜਾਂਦੀ ਹੈ, ਸਾਡੇ ਕੋਲ ਡਾਟਾ ਆ ਜਾਂਦਾ ਹੈ, ਉਹਦੇ ਬਿੱਲ ਬਣ ਜਾਂਦੇ ਆ, ਸਟੇਟ ਤੋਂ ਬਿੱਲ ਡਿਸਟ੍ਰਿਕਟ 'ਚ ਬਣ ਜਾਂਦੇ ਆ, ਉਹ ਸਟੇਟ ਕੋਲ ਪਹੁੰਚਦੇ ਆ, ਉੱਥੇ ਆਡਿਟ ਤੇ ਸਾਡੇ ਅਕਾਊਂਟ ਆਫੀਸਰ ਚੈੱਕ ਕਰਕੇ ਉਹਨੂੰ ਪੇਮੈਂਟ ਰਿਲੀਜ਼ ਕਰ ਦਿੰਦੇ ਆ। ਇਹ ਬੜਾ ਤੇਜ਼ ਪ੍ਰੋਸੈਸ ਚੱਲਦਾ ਹੈ। ਉਹ ਜਿਹੜਾ ਚੜਾਣਾ ਹੈ ਨਾ, ਉਹ ਆੜਤੀਏ ਨੇ ਚੜਾਣਾ ਹੁੰਦਾ। ਕਿਸਾਨ ਦਾ ਤਾਂ ਡਾਟਾ ਸਾਡੇ ਕੋਲ 1.5 ਸਾਲ ਪਹਿਲਾਂ ਹੀ ਆ ਗਿਆ, ਜਦੋਂ ਅਸੀਂ ਪੂਰੇ 20 ਦੇ 20 ਲੱਖ ਰਜਿਸਟਰਡ ਨੇ। ਹਾਂ, ਸਾਡੇ ਕੋਲ ਕਿਸਾਨ ਕਾਫੀ ਰਜਿਸਟਰਡ ਨੇ। ਜਿਹੜੇ ਕਿਸਾਨ ਕਪਾਹ ਜਾਂ ਦੂਸਰਾ ਫਸਲਾਂ ਦਾ ਵਪਾਰ ਕਰਦੇ ਆ, ਕੋਈ ਦਾਲਾਂ ਦਾ ਤੇ ਕੋਈ ਸਬਜ਼ੀਆਂ ਦਾ, ਉਹ ਨਹੀਂ ਸਾਡੇ ਨਾਲ ਰਜਿਸਟਰਡ। ਉਹ ਮੰਡੀ ਬੋਰਡ 'ਚ ਉਹ ਵੀ ਰਜਿਸਟਰਡ ਨੇ ਸ਼ਾਇਦ, ਪਰ ਜਿਹੜੇ ਸਾਡੇ ਆ, ਸਾਡੀਆਂ ਤਾਂ ਕਣਕ ਔਰ ਝੋਨਾ ਦੋ ਫਸਲਾਂ ਹੁੰਦੀਆਂ, ਉਹਦੇ ਨਾਲ ਰਿਲੇਟਡ ਜਿਹੜੇ ਕਰਦੇ ਆ ਖੇਤੀ, ਉਹ ਰਜਿਸਟਰਡ ਹੈਗੇ ਨੇ। ਕਿੰਨੇ ਤੁਸੀਂ ਅਕਾਊਂਟ ਦੱਸ ਸਕਦੇ ਹੋ? ਆਲਮੋਸਟ 11। ਕੋਈ ਕਣਕ ਦੀ ਨਹੀਂ ਕਰਦਾ ਤੇ ਕੋਈ ਝੋਨੇ ਦੀ ਨਹੀਂ ਕਰਦਾ, ਇੰਨਾ ਕਿਸਾਨ ਸਾਡੇ ਨਾਲ ਰਜਿਸਟਰਡ ਹੈਗਾ ਆਲਮੋਸਟ ਸਾਰਾ। ਤਾਂ ਆੜਤੀਏ ਇਹ ਗੱਲ ਕਰ ਰਹੇ ਨੇ, ਆਮ ਤੌਰ ਤੇ ਸ਼ਿਕਾਇਤਾਂ ਕਰ ਰਹੇ ਨੇ ਕਿ ਜਦੋਂ ਪੇਮੈਂਟ ਲੇਟ ਹੋ ਰਹੀ ਹੈ ਪੋਰਟਲ ਕ੍ਰੈਸ਼ ਹੋਣ ਦੀ ਵਜ੍ਹਾ ਨਾਲ ਜਾਂ ਰਜਿਸਟ੍ਰੇਸ਼ਨ ਪੂਰੀ ਨਾ ਹੋਣ ਦੀ ਵਜ੍ਹਾ ਨਾਲ, ਉਹ ਕਹਿੰਦੇ ਉਹਦੇ ਨਾਲ ਸਾਡੇ ਵੀ ਪੈਸੇ ਫਸ ਰਹੇ ਆ ਔਰ ਕਿਸਾਨ ਨੂੰ ਵੀ ਜਿਹੜਾ ਵਿਆਜ ਆ ਉਹ ਜ਼ਿਆਦਾ ਪੈ ਰਿਹਾ। ਮੈਂ ਤੁਹਾਨੂੰ ਹੁਣੇ ਹੀ ਦੱਸ ਚੁੱਕਿਆ ਵੀ ਕੱਲ 1141 ਕਰੋੜ ਹੋ ਗਿਆ, 1500 ਕਰੋੜ ਅੱਜ ਜਾ ਰਿਹਾ। ਮੈਂ ਪਹਿਲੇ 2-3 ਦਿਨਾਂ ਦਾ
ਕਿਸਾਨ ਭਰਾਵਾਂ ਦਾ ਔਰ ਆੜਤੀਆਂ ਦਾ ਉਹ ਕਸੂਰਵਾਰ ਜ਼ਰੂਰ ਆ, ਕਿਉਂਕਿ ਉਦੋਂ ਸਿਸਟਮ ਨਵਾਂ ਸੀਗਾ, ਉਹਦੇ ਕਰਕੇ ਪੇਮੈਂਟ ਜਿਹੜੀ 2-3 ਦਿਨ ਲੇਟ ਹੋਈ ਤੇ ਉਹ ਵੀ ਬੈਕਲੌਗ ਅਸੀਂ ਹੁਣ 72 ਘੰਟਿਆਂ ਦੇ ਟਾਈਮ ਫਰੇਮ 'ਚ ਹੋ ਰਹੀ ਹੈ। ਅਗਲੇ 2 ਦਿਨਾਂ ਦੇ ਵਿੱਚ ਬਿਲਕੁਲ ਸਾਰਾ ਕੁਝ ਟਾਈਮ ਫਰੇਮ 'ਚ ਆ ਜਾਣਾ ਹੈ। ਬਾਰਦਾਨੇ ਦੀ ਜਿਹੜੀ ਸਮੱਸਿਆ ਹੈਗੀ ਹੈ ਉਹਦਾ ਹੱਲ ਕੀ ਹੈ ਇਸ ਸਮੇਂ, ਕਿਉਂਕਿ ਬਹੁਤ ਸਾਰੇ ਆੜਤੀਏ ਵੀ ਬਾਰਦਾਨਾ ਉਪਲਬਧ ਕਰਵਾਉਣ ਤੋਂ ਹੱਥ ਖਿੱਚ ਰਹੇ ਨੇ, ਉਹਨਾਂ ਦੀਆਂ ਕਈ ਸਾਰੀਆਂ ਵਜ੍ਹਾ ਹੈਗੀਆਂ, ਫਿਰ ਬਾਰਦਾਨਾ ਪੂਰਾ ਕਿਵੇਂ ਕਰ ਰਹੇ ਹੋ ਤੁਸੀਂ? ਬਾਰਦਾਨਾ ਇਸ ਤਰੀਕੇ ਹੈ, ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਬੈਕਗ੍ਰਾਉਂਡ ਹੀ ਦੱਸ ਦਿੰਦਾ। ਪਿਛਲੇ ਕੋਵਿਡ ਤੋਂ ਜੂਟ ਮਿਲਸ ਪੂਰੀਆਂ ਇਫੈਕਟਿਵਲੀ ਕੰਮ ਨਹੀਂ ਕਰ ਸਕੀਆਂ। ਜਦੋਂ ਪਿਛਲੀ ਵਾਰ ਲਾਕਡਾਊਨ ਲੱਗਿਆ ਸੀਗਾ ਉਦੋਂ ਵੀ ਬਾਰਦਾਨਾ ਪ੍ਰੋਬਲਮ ਆਈ ਸੀਗੀ। ਅਸੀਂ ਇਦਾਂ ਹੀ ਯੂਜ਼ਡ ਬਾਰਦਾਨਾ ਔਰ ਪੀਪੀ ਬਾਰਦਾਨੇ ਨਾਲ ਉਹ ਪ੍ਰੋਕਿਉਰਮੈਂਟ ਪੂਰੀ ਕਰੀ ਸੀ, ਅਗਰ ਤੁਹਾਨੂੰ ਯਾਦ ਹੋਵੇ ਪਿਛਲੇ ਕੋਵਿਡ ਦੇ ਟਾਈਮ ਤੇ। ਹੁਣ ਜਦੋਂ ਪ੍ਰੋਕਿਉਰਮੈਂਟ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਅਸੀਂ ਅਰੇਂਜਮੈਂਟ ਸ਼ੁਰੂ ਕੀਤੇ। ਜੂਟ ਕਮਿਸ਼ਨਰ ਆਫ ਇੰਡੀਆ ਨੇ ਹੱਥ ਖੜੇ ਕਰਤੇ ਵੀ ਪਿੱਛੋਂ ਜੂਟ ਮਿਲਾਂ ਨੇ ਹੱਥ ਖੜੇ ਕੀਤੇ, ਅਸੀਂ ਨਹੀਂ ਇੰਨੀ ਪ੍ਰੋਡਕਸ਼ਨ ਕਰ ਸਕਦੇ ਦੇ ਸਕਦੇ। ਔਰ ਇਹ ਜਿਹੜੀ ਬਾਰਦਾਨੇ ਦੀ ਪ੍ਰੋਬਲਮ ਹੈ ਇਹ ਸਾਰੇ ਨੇਸ਼ਨ ਸਾਰੇ ਦੇਸ਼ 'ਚ ਹੀ ਹੈ ਜੀ। ਹਰਿਆਣੇ ਨੂੰ ਵੀ ਹੈ, ਮੱਧ ਪ੍ਰਦੇਸ਼ ਨੂੰ ਵੀ ਹੈ, ਤੇਲੰਗਾਨਾ, ਛੱਤੀਸਗੜ੍ਹ ਸਭ ਜਗ੍ਹਾ ਹੀ ਹੈ। ਪਰ ਉਹਨੂੰ ਕਿਸ ਤਰੀਕੇ ਪੂਰਾ ਕਰਨਾ, ਉਹਦੇ ਵਾਸਤੇ ਡਿਲੂਸ਼ਨ ਦਿੱਤੀ ਗਈ ਵੀ ਪੀਪੀ ਬੈਗਸ ਲੈ ਲਓ, HDP ਬੈਗਸ ਲੈ ਲਓ। ਅਸੀਂ ਉਹ ਵੀ ਟੈਂਡਰ 1 ਵਾਰ 2 ਵਾਰ 3 ਵਾਰ, ਕਿਉਂਕਿ ਪੈਟਰੋਲੀਅਮ ਰੇਟ ਜਿਵੇਂ ਵੱਧ ਰਹੇ ਸੀ, ਤੁਸੀਂ ਦੇਖਿਆ ਪਿਛਲੇ 2 ਮਹੀਨੇ 'ਚ ਬੜੇ ਪੈਟਰੋਲੀਅਮ ਰੇਟਸ ਵਧੇ ਨੇ, ਉਹਦੇ ਨਾਲ ਸਪਲਾਇਰਸ ਭੱਜ ਰਹੇ ਸੀਗੇ ਵੀ ਇਹ ਰੇਟ ਤੇ ਨਹੀਂ ਸੂਟ ਕਰਦਾ। ਅਸੀਂ ਫਿਰ ਵੀ ਅਰੇਂਜਮੈਂਟ ਕੀਤੇ ਔਰ 10 ਤਰੀਕ ਨੂੰ ਸਾਡੇ ਕੋਲ 55% ਖਰੀਦ ਦੇ ਮੁਤਾਬਕ ਬਾਰਦਾਨਾ ਸੀਗਾ। ਤੇ ਜੇ ਮੈਂ ਕਹਾਂ ਅੱਜ ਦੀ ਤਰੀਕ 'ਚ ਪਿਛਲੇ 9 ਦਿਨਾਂ 'ਚ ਹੀ ਅਸੀਂ 50% ਦੇ ਕਰੀਬ ਪਹੁੰਚ ਚੁੱਕੇ ਹਾਂ। 54 ਲੱਖ ਮੀਟ੍ਰਿਕ ਟਨ ਸਾਡੀ ਫਸਲ ਆ ਗਈ ਹੈ। 120-25 ਲੱਖ ਦੇ ਕਰੀਬ ਸਾਡੀ ਪ੍ਰੋਕਿਉਰਮੈਂਟ ਹੋਣੀ ਹੈ। ਉਹਦੇ ਹਿਸਾਬ ਨਾਲ ਆਲਮੋਸਟ ਅੱਧਾ ਆ ਗਿਆ। 50% ਬਾਰਦਾਨਾ ਹੈਗਾ ਉਦੋਂ ਸੀਗਾ ਸਾਡੇ ਕੋਲ। ਅੱਜ ਕਿੰਨੇ ਪਰਸੈਂਟ ਹੈ? ਤੇ ਨਾਲ ਦੀ ਨਾਲ 25-30% ਟਰਾਂਸਪੋਰਟੇਸ਼ਨ 'ਚ ਸੀਗਾ ਜਿਹੜਾ ਪਹੁੰਚ ਰਿਹਾ ਸੀ। ਕੁਝ ਜੂਟ ਦਾ ਪਹੁੰਚ ਰਿਹਾ ਸੀਗਾ, ਕੁਝ ਜਿਹੜੀਆਂ ਪੀਪੀ ਬੈਗਸ ਬਣਾਉਂਦੀਆਂ ਪਲਾਸਟਿਕ ਵਾਲੀਆਂ, ਇਹ ਕੋਈ ਗੁਜਰਾਤ ਤੋਂ, ਕੋਈ ਰਾਜਸਥਾਨ ਤੋਂ, ਮਹਾਰਾਸ਼ਟਰ ਵਗੈਰਾ ਤੋਂ, ਉਹ ਨਾਲ ਦੀ ਨਾਲ ਪਹੁੰਚ ਰਿਹਾ ਸੀਗਾ। ਤਾਂ ਬਾਰਦਾਨਾ ਸਾਡੇ ਕੋਲ ਜਿਵੇਂ ਜਿਵੇਂ ਫਸਲ ਆ ਰਹੀ ਹੈ ਉਵੇਂ ਉਵੇਂ ਬਾਰਦਾਨਾ ਵੀ ਆ ਰਿਹਾ। ਪਰ ਨਾਲ ਦੀ ਨਾਲ ਹੀ ਅਸੀਂ ਸੈਂਟਰ ਗਵਰਨਮੈਂਟ ਨਾਲ ਗੱਲ ਕਰਕੇ ਇਹ ਵੀ ਪਰਮਿਸ਼ਨ ਲਿੱਤੀ ਵੀ ਯੂਜ਼ਡ ਬਾਰਦਾਨਾ ਆੜਤੀਏ ਖਰੀਦ ਲੈਣ, ਔਰ ਉਹਦਾ ਰੇਟ ਡਿਸਕਵਰ ਕੀਤਾ। ਉਹ 41 ਰੁਪਏ 90 ਪੈਸੇ ਰੇਟ ਆਇਆ। ਅੱਜ ਤੋਂ 4 ਮਹੀਨੇ ਪਹਿਲਾਂ ਸ਼ੈਲਰ ਵਾਲਿਆਂ ਦਾ ਰੇਟ 21 ਰੁਪਏ ਆਇਆ ਸੀ, ਬੜਾ ਵਾਜਬ ਰੇਟ ਆਇਆ, ਆਲਮੋਸਟ ਡਬਲ ਰੇਟ ਆਇਆ। ਆੜਤੀਆਂ ਨੂੰ ਥੋੜਾ ਜਿਹਾ ਮੁਸ਼ਕਿਲ ਹੈ ਵੀ ਸਾਡੇ ਕੋਲ GST ਨੰਬਰ ਨਹੀਂ ਹੁੰਦਾ, GST ਨੰਬਰ ਨਹੀਂ, ਪੇਮੈਂਟ ਕਲੇਮ ਨਹੀਂ। ਹਾਂ, ਸਾਡੇ ਕੋਲ ਪੇਮੈਂਟ ਨਹੀਂ ਆਏਗੀ। ਪਰ ਮੈਂ ਤੁਹਾਡੇ ਇਸ ਪਲੇਟਫਾਰਮ ਰਾਹੀਂ ਇਹ ਵੀ ਕਲੈਰਿਟੀ ਦੇ ਦੇਣਾ ਵੀ ਅਗਰ GST ਨੰਬਰ ਨਹੀਂ ਹੈਗਾ ਤਾਂ ਜਿਹੜੇ GST ਦਾ 1.25 ਰੁਪਈਆ 1.5 ਰੁਪਈਆ ਕੱਟ ਲਾ ਕੇ ਤੁਹਾਨੂੰ 40 ਰੁਪਏ ਨਾਲ ਪੇਮੈਂਟ ਹੋ ਜਾਏਗੀ। ਤੁਹਾਨੂੰ ਘਬਰਾਉਣ ਵਾਲੀ ਕੋਈ ਗੱਲ ਨਹੀਂ, ਬੜਾ 40 ਰੁਪਏ ਬੜਾ ਵਾਜਬ ਰੇਟ ਰਹੇਗਾ। ਫਿਰ ਵੀ ਅਗਰ ਤੁਸੀਂ ਖੁੱਲ ਕੇ ਲਾਓ ਬਾਰਦਾਨਾ, ਉਹਦੇ 'ਚ ਵੀ ਉਹ 2 ਪੈਸੇ ਬਚਾਣਗੇ ਹੀ, ਪੱਲਿਓ ਨਹੀਂ ਪੈਂਦੇ ਉਹਨਾਂ ਨੂੰ। ਪਰ ਇਹ ਮਿਹਨਤ ਦੀ ਗੱਲ ਆ। ਅੱਜ ਜੇ ਬਾਰਦਾਨਾ ਸ਼ਾਰਟੇਜ ਆਇਆ, ਜਾਂ ਆਪਾਂ ਇਹ ਕਹਿ ਲਈਏ ਸ਼ਾਰਟੇਜ, ਇਸ ਜਿੰਨੀ ਤੇਜ਼ੀ ਨਾਲ ਫਸਲ ਆ ਰਹੀ ਹੈ ਉਨੀ ਤੇਜ਼ੀ ਨਾਲ ਬਾਰਦਾਨਾ ਨਹੀਂ ਪਹੁੰਚ ਰਿਹਾ, ਇਹ ਮੈਚ ਨਹੀਂ ਹੋ ਰਹੀ ਦੋਨੋਂ ਚੀਜ਼ਾਂ। ਇਹ ਦੋਨੋਂ ਇੱਕੋ ਹੀ ਗੱਲ ਆ। ਪਰ ਕਿਉਂਕਿ ਇੱਕ ਹੋਰ ਚੀਜ਼ ਇਹਦੇ ਵਿੱਚ ਆ ਰਹੀ ਹੈ ਕਿ ਬਾਰਦਾਨੇ ਦੀ ਬਲੈਕ ਹੋਣ ਲੱਗ ਗਈ ਹੈ। ਜਿੰਨਾ ਕੋ ਹੈਗਾ ਉਹਨਾਂ ਨੇ ਸਟਾਕ ਕਰ ਲਿਆ ਬਾਰਦਾਨਾ, ਔਰ ਉਹ ਬਲੈਕ ਦੇ ਵਿੱਚ ਵੇਚ ਰਹੇ ਨੇ। ਆੜਤੀਆਂ ਦੀ ਇੱਕ ਇਹ ਵੀ ਸਮੱਸਿਆ ਹੈਗੀ ਹੈ। ਅਸੀਂ ਜਿਹੜਾ ਟੈਂਡਰ ਹੈ ਉਹ ਜਿਨ੍ਹਾਂ ਨੇ ਸਟਾਕ ਕੀਤਾ ਹੋਇਆ ਉਹਨਾਂ ਨੂੰ ਵੀ ਅਸੀਂ ਟੈਂਡਰ 'ਚ ਲੈ ਲਿਆ ਹੋਇਆ ਵੀ ਤੁਸੀਂ ਸਿੱਧਾ ਸਪਲਾਈ ਕਰ ਦਿਓ, ਤੁਸੀਂ ਮਾਰਕੀਟ 'ਚ ਨਾ ਵੇਚੋ। ਉਹ ਵੀ ਟੈਂਡਰ ਸਾਡਾ ਉਹਦੇ 'ਚ ਵੀ ਪਾਰਟਿਸਿਪੇਟ ਕੀਤਾ 20-22 ਬੰਦਿਆਂ ਨੇ, ਜਿਨ੍ਹਾਂ ਦੇ ਕੋਲ ਯੂਜ਼ਡ ਬਾਰਦਾਨਾ ਯੂਜ਼ਲੀ ਪਿਆ ਹੁੰਦਾ। ਉਹਦੇ 'ਚ ਬਾਹਰਲੇ ਵੀ ਨੇ, ਇੱਥੇ ਦੇ ਵੀ ਬੰਦੇ ਨੇ, ਔਰ ਉਹਨਾਂ ਨੇ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੋਈ ਹੈ ਇਨੀਸ਼ੀਅਲੀ। ਤੇ ਕੁਝ ਜਿਹੜੇ ਸਾਡੇ ਮਿਲਾਂ ਵਾਲੇ ਨੇ, ਸਾਡੀਆਂ ਸ਼ੈਲਰ ਵਾਲੇ, ਇਹਨਾਂ ਕੋਲ ਵੀ ਯੂਜ਼ਡ ਬਾਰਦਾਨਾ ਬਹੁਤ ਪਿਆ। ਇਹ ਵੀ ਵਿੱਚ ਕਿਉਂਕਿ ਕਾਫੀ ਸ਼ੈਲਰ ਵਾਲੇ ਆੜਤੀਏ ਸੇਮ ਹੀ ਹੁੰਦੇ ਆ, ਉਹ ਆਪਣਾ ਬਾਰਦਾਨਾ ਵਰਤ ਵੀ ਰਹੇ ਆ। ਇਹ ਨਹੀਂ ਮੈਂ ਕਹਿੰਦਾ ਵੀ ਸਾਰੀਆਂ ਮੰਡੀਆਂ 'ਚ ਆੜਤੀਏ ਵਰਤਣ ਲੱਗ ਗਏ, ਪਰ ਕਾਫੀ ਮੰਡੀਆਂ 'ਚ ਇਹਨੂੰ ਵਰਤਣ ਲੱਗ ਗਏ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਟਰਾਂਸਪੋਰਟੇਸ਼ਨ, ਲਿਫਟਿੰਗ ਔਰ ਟਰਾਂਸਪੋਰਟੇਸ਼ਨ ਦਾ ਕੰਮ ਸੀਗਾ, ਉਸ ਦੇ ਵਿੱਚ ਕਈ ਜਗ੍ਹਾ ਤੇ MLA ਜਾਂ ਹਲਕਾ ਇੰਚਾਰਜ ਇੰਟਰਫੇਅਰ ਕਰ ਰਿਹਾ। ਜਿਹੜਾ ਕੰਟਰੈਕਟਰ ਸੀਗਾ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ MLA ਜਾਂ ਕੋਈ ਹਲਕਾ ਇੰਚਾਰਜ ਹਿੱਸਾ ਰੱਖ ਕੇ ਉਹ ਕੰਮ ਖੁਦ ਕਰਵਾਉਣਾ ਉਹਨਾਂ ਨੇ ਜਿਹੜਾ ਸ਼ੁਰੂ ਕਰ ਦਿੱਤਾ ਹੈ। ਬੜੀ ਬੇਈਮਾਨੀ ਗੱਲ ਹੈ। ਤੁਸੀਂ ਜਦੋਂ ਦੀ ਸਰਕਾਰ ਬਣੀ ਹੈ ਤੁਸੀਂ ਇੰਟਰਵਿਊ ਕਰਦੇ ਰਹੇ ਹੋ ਟਾਈਮ ਟੂ ਟਾਈਮ। ਕੱਲੇ ਟਰਾਂਸਪੋਰਟੇਸ਼ਨ ਦੇ ਵਿੱਚ ਹੀ ਪੰਜਾਬ ਸਰਕਾਰ ਨੇ 400 ਕਰੋੜ ਦੇ ਕਰੀਬ ਬਚਤ ਕੀਤੀ ਹੈ ਸਾਰੇ ਆਪਰੇਸ਼ਨ 'ਚ। ਇਨੀਸ਼ੀਅਲੀ ਜਿਹੜਾ SOR ਸੀਗਾ ਉਹਦੇ ਤੋਂ 300% ਹਾਈ ਜਾਂਦੇ ਸੀਗੇ 17 ਤੋਂ ਪਹਿਲਾਂ ਠੇਕੇ। ਇਹਦੇ ਤੇ ਕੈਪਿੰਗ ਕੀਤੀ ਗਈ, 120% ਤੇ ਰੋਕਿਆ ਗਿਆ ਰੇਟ, ਤੇ ਉਹਦੇ ਨਾਲ ਪੰਜਾਬ ਸਰਕਾਰ ਨੂੰ 400 ਕਰੋੜ ਦੇ ਕਰੀਬ ਬਚਤ ਹੋਈ। ਸਾਰੇ ਟੈਂਡਰ ਆਨਲਾਈਨ ਕੀਤੇ ਗਏ, ਕੋਈ ਕਿਤੇ ਕਿਸੇ ਨੂੰ
ਆਪ ਨਹੀਂ ਟੈਂਡਰ ਦੇ ਸਕਦਾ। ਡੀਸੀਜ਼ ਦੀ ਨਜ਼ਰਸਾਨੀ ਦੇ ਵਿੱਚ ਸਾਰੀਆਂ ਕਮੇਟੀਆਂ ਬਣੀਆਂ ਗਈਆਂ, ਜਿਹੜੇ ਟੈਂਡਰ ਅਲਾਟਮੈਂਟ ਕਮੇਟੀਆਂ ਬਣੀਆਂ। ਉਸ ਤੋਂ ਬਾਅਦ ਬੜਾ ਟਰਾਂਸਪੇਰੈਂਟ ਸਿਸਟਮ ਹੈ, ਅਪੀਲ ਕਰ ਸਕਦੇ ਹੋ ਤੁਸੀਂ ਡਾਇਰੈਕਟਰ ਫੂਡ ਨੂੰ ਅਗਰ ਕਿਤੇ ਕੋਈ ਗਲਤ ਠੇਕਾ ਮਿਲਿਆ। ਆਸ਼ੂ ਜੀ, ਤੁਹਾਨੂੰ ਲੱਗਦਾ ਕਿ ਇਹ ਚੀਜ਼ ਨੂੰ ਚੈੱਕ ਕਰਨ ਦੀ, ਇੱਕ ਵਾਰ ਕ੍ਰਾਸ ਚੈੱਕ ਕਰਨ ਦੀ ਲੋੜ ਹੈ, ਇੱਕ ਮੰਤਰੀ ਦੇ ਤੌਰ ਤੇ ਚੈੱਕ ਕਰਨ ਦੀ ਲੋੜ ਹੈ? ਇਹੀ ਟਰਾਂਸਪੋਰਟਰ 2017 'ਚ ਸੀ। 2017 ਦੇ ਵਿੱਚ ਇਸੇ ਹੀ ਟਰਾਂਸਪੋਰਟਰ ਨੂੰ ਕਹਿ ਰਹੇ ਸੀਗੇ ਵੀ ਅਸੀਂ ਉਹਨਾਂ ਦੇ ਜਿਹੜੇ ਪ੍ਰੋਫਿਟ ਸੀਗੇ ਉਹ ਕੱਟ ਕਰਕੇ 400 ਕਰੋੜ ਦਾ ਸਟੇਟ ਐਕਸਚੇਕਰ ਨੂੰ ਫਾਇਦਾ ਕਰਿਆ। ਉਹੀ ਟਰਾਂਸਪੋਰਟਰ ਨੂੰ ਅੱਜ ਇੱਕ ਹੋਰ ਪੋਲੀਟੀਕਲ ਇਸ਼ੂ ਇਸ ਤਰੀਕੇ ਨਾਮ ਦੇ ਦਿੱਤਾ ਗਿਆ ਵੀ ਪੋਲੀਟੀਕਲ ਬੰਦਾ ਤਾਂ ਨਾ ਪਬਲਿਕ ਲਾਈਫ 'ਚ ਆਂਦੇ ਹੀ ਪਤਾ ਨਹੀਂ, ਉਹਨੂੰ ਟੈਗ ਦੇ ਦਿੰਦੇ ਆ ਅਸੀਂ ਵੀ ਇਹ ਚੋਰ ਹੈ, ਡਾਕੂ ਹੈ ਜਾਂ ਮਿਲਿਆ ਹੋਇਆ ਕੁਛ ਹੈ। ਅੱਜ ਉਹੀ ਪੋਲੀਟੀਕਲ ਬੰਦੇ ਜਿੱਥੇ ਕੋਈ ਮੁਸ਼ਕਿਲ ਆ ਰਹੀ ਹੈ ਮੰਡੀਆਂ 'ਚ, ਕਿਸੇ ਕਿਸਾਨ ਨੂੰ ਆ ਰਹੀ ਹੈ ਜਾਂ ਆੜ੍ਹਤੀਏ ਨੂੰ ਆ ਰਹੀ ਹੈ, ਉੱਥੇ ਐਮਐਲਏ ਪਹੁੰਚ ਰਹੇ ਨੇ, ਉੱਥੇ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕਰ ਰਹੇ ਆ। ਤੁਹਾਡੀ ਨਜ਼ਰ 'ਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ? ਮੇਰੀ ਨਜ਼ਰ 'ਚ ਆਈ ਨਹੀਂ, ਪਰ ਜੇ ਆਉਣਗੇ ਤਾਂ ਬੜੀ ਸਖਤ ਕਾਰਵਾਈ ਹੋਏਗੀ। ਮੈਂ ਤਾਂ ਹੁਣ ਵੀ ਤੁਹਾਨੂੰ ਕਹਿਣਾ ਵੀ ਹਾਈ ਕੋਰਟ ਵੀ ਇਨਵੋਲਵ ਹੁੰਦੀ, ਦੱਸਣਾ ਸ਼ੁਰੂ ਕੀਤਾ ਸੀ ਵੀ ਫਰਸਟ ਐਪੀਲੇਟ ਅਥਾਰਟੀ ਡਾਇਰੈਕਟਰ ਹੈ, ਸੈਕੰਡ ਐਪੀਲੇਟ ਅਥਾਰਟੀ ਸਾਡਾ ਸੈਕਟਰੀ ਫੂਡ ਹੈ, ਥਰਡ ਐਪੀਲੇਟ ਅਥਾਰਟੀ ਹਾਈ ਕੋਰਟ ਹੈ। ਜਿੱਥੇ ਕੋਈ ਟੈਂਡਰ ਗਲਤ ਹੁੰਦਾ ਹੈ, ਕੇਸਿਸ ਹੁੰਦੇ ਆ, ਅਸੀਂ ਉਸ ਹਿਸਾਬ ਨਾਲ ਰੈਕਟੀਫਾਈ ਕਰੀਦਾ ਉਹਨੂੰ। ਜਿਹੜਾ ਬੰਦਾ ਜੈਨੂਅਨ ਬਿਡਰ ਹੈ ਉਹਨੂੰ ਉਹਦਾ ਠੇਕਾ ਮਿਲਦਾ। ਇਦਾਂ ਕੋਈ ਨਹੀਂ ਹੈ ਵੀ ਕੋਈ ਐਮਐਲਏ ਕਿਸੇ ਨੂੰ ਆਇਆ ਤਾਂ ਠੇਕਾ ਉਹਦੇ ਨਾਮ ਲਿਖਾ ਕੇ ਲੈ ਗਿਆ। ਤੁਸੀਂ ਇੱਕ ਗ੍ਰੇਨ ਡੈਮੇਜ ਦੀ ਚਿੱਠੀ ਲਿਖੀ ਸੀ ਕਰੀਬ 16 ਅਪ੍ਰੈਲ ਨੂੰ, ਸੈਂਟਰ ਗਵਰਨਮੈਂਟ ਨੇ ਲਿਖੀ ਸੀ, ਜਿਹੜਾ ਦਾਣਾ ਬਦਰੰਗ ਹੋ ਰਿਹਾ ਹੈ ਜਾਂ ਖਰਾਬ ਹੋ ਰਿਹਾ ਜਾਂ ਟੁੱਟਿਆ ਹੈ, ਉਹਦੀ ਖਰੀਦ ਦੇ ਲਈ ਕੁਝ ਰਿਲੈਕਸੇਸ਼ਨ, ਕੁਝ ਰਾਹਤ ਦਿੱਤੀ ਜਾਵੇ। ਉਸ ਚਿੱਠੀ ਦਾ ਬਣਿਆ ਕੀ? ਕੁਝ ਏਰੀਆ ਦੇ ਵਿੱਚੋਂ ਹਰ ਸਾਲ ਕਿਤੇ ਨਾ ਕਿਤੇ ਕੋਈ ਮੁਸ਼ਕਿਲ ਆ ਜਾਂਦੀ ਹੈ, ਕਿਤੇ ਲਸਟਰ ਲਾਸ ਹੋ ਜਾਂਦਾ ਹੈ, ਕਿਤੇ ਸ਼੍ਰਿਵਲਡ ਗ੍ਰੇਨ ਆ ਜਾਂਦਾ ਹੈ। ਇਹ ਪਤਾ ਚੱਲਿਆ ਸੀ ਤਰਨਤਾਰਨ ਸਾਈਡ ਤੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ, ਤਰਨਤਾਰਨ ਗੁਰਦਾਸਪੁਰ ਸੀ ਸ਼ਾਇਦ, ਹਾਂਜੀ, ਜਿਹੜੇ ਉਸ ਏਰੀਆ ਦੇ ਵਿੱਚ ਸ਼੍ਰਿਵਲਡ ਗ੍ਰੇਨ ਆਇਆ ਹੈ, ਉਹ ਬੜੀ ਛੋਟੀ ਤਾਦਾਦ ਸੀਗੀ। ਉਹਦੇ ਵਾਸਤੇ ਅਸੀਂ ਰਿਲੈਕਸੇਸ਼ਨ ਮੰਗੀ ਸੀਗੀ, ਉਹ ਇਹਦਾ ਸੈਂਪਲ ਵਗੈਰਾ ਚਲਾ ਗਿਆ ਸੀ ਉੱਥੇ। ਪਰ ਉਸ ਤੋਂ ਇਨੀਸ਼ੀਅਲੀ ਢੇਰੀਆਂ ਤੋਂ ਬਾਅਦ ਜਿਹੜੀ ਫਸਲ ਆਈ ਉਹ ਬੜੀ ਖੂਬਸੂਰਤ, ਉੱਥੇ ਬੜੀ ਸਾਫ਼ ਸੁਥਰੀ ਫਸਲ ਆਈ ਤੇ ਉਹ ਪ੍ਰਕਿਉਰ ਹੋਣ ਲੱਗ ਗਈ। ਤੇ ਉਹ ਜਿਹੜਾ ਪਹਿਲਾਂ ਰੁਕਿਆ ਹੋਇਆ ਉਹਦੇ 'ਚ ਇੱਕ ਅੱਧੇ ਦਿਨ 'ਚ ਜੋ ਉਹਨਾਂ ਵੱਲੋਂ ਆਇਆ, ਜਵਾਬ ਆਇਆ ਨਹੀਂ ਅਜੇ? ਜਵਾਬ ਕੱਲ ਸ਼ਾਮ ਤੱਕ ਤਾਂ ਆਇਆ ਨਹੀਂ ਸੀਗਾ। ਤੇ ਕੱਲ ਸ਼ਾਮ ਨੂੰ ਸੀਐਮ ਸਾਹਿਬ ਨੇ ਵੀ ਗੱਲ ਕੀਤੀ ਸੀ ਫੂਡ ਮਿਨਿਸਟਰ ਹੋਣਾ ਨਾਲ ਵੀ, ਜਲਦੀ ਤੋਂ ਜਲਦੀ ਸਾਨੂੰ ਦਿਓ ਤਾਂ ਕਿ ਅਸੀਂ ਉਹ ਵੀ ਪ੍ਰਕਿਉਰ ਕਰ ਸਕੀਏ। ਇੱਕ HD 2967 ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਦੁਚਿੱਤੀ ਰਹੀ ਕਿ ਖਰੀਦ ਨਹੀਂ ਹੋ ਰਹੀ, ਘੱਟ ਹੋ ਰਹੀ, ਜਾਂ FCI ਨੇ ਹੱਥ ਪਿੱਛੇ ਖਿੱਚ ਲਿਆ। FCI ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਦਾ ਜ਼ਿਕਰ ਕਰਿਆ ਸੀਗਾ ਵੀ ਇਹ, ਪਰ ਉਹ ਵੀ ਕਲੀਅਰ ਹੋ ਗਿਆ ਔਰ ਉੱਥੇ ਵੀ ਪ੍ਰਕਿਉਰਮੈਂਟ ਜਾਰੀ ਹੈ, ਖਰੀਦ ਹੋ ਰਹੀ ਹੈ। ਇਹ ਮਾਨਸਾ ਜ਼ਿਲ੍ਹੇ ਦੀ ਪ੍ਰੋਬਲਮ ਸੀਗੀ। ਸਰੋਂ ਦੀ ਫਾਰਮਿੰਗ ਹੈ ਅਬੋਹਰ ਦੇ ਵਿੱਚ, ਉਹ ਬੜੀ ਜ਼ਬਰਦਸਤ ਉੱਥੇ ਚੰਗੀ ਕੀਮਤ ਤੇ ਵਿਕ ਰਹੀ ਹੈ, 6800 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ। ਉਹਦੀ ਖਰੀਦ ਜਿਹੜੀ ਹੈ ਸਟੇਟ ਗਵਰਨਮੈਂਟ ਨਹੀਂ ਕਰਦੀ। ਹੁਣ ਇਹ ਵੀ ਕਿਤੇ ਚਰਚਾ ਨਿਕਲ ਰਹੀ ਹੈ ਕਿ ਜੇ ਸਟੇਟ ਗਵਰਨਮੈਂਟ ਕ੍ਰੌਪ ਡਾਈਵਰਸਿਫਿਕੇਸ਼ਨ ਨੂੰ ਇੰਨਾ ਪ੍ਰਮੋਟ ਕਰਦੀ ਹੈ ਤੇ ਇਸ ਪਾਸੇ ਵੀ ਸਟੇਟ ਗਵਰਨਮੈਂਟ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ। ਨਹੀਂ, ਇਹ ਕਾਫੀ ਇਨੀਸ਼ੀਏਟਿਵ ਪਹਿਲਾਂ ਤੋਂ ਹੀ ਚੱਲ ਰਿਹਾ। ਪਿਛਲੇ ਸਾਲ ਕਾਫੀ ਰਕਬਾ ਬਾਸਮਤੀ ਦੇ ਥੱਲੇ ਚਲਾ ਗਿਆ ਸੀਗਾ। ਅਸੀਂ ਉਹ ਕੋਸ਼ਿਸ਼ ਕੀਤੀ ਸੀ ਇਹਦੇ ਚੋਂ ਪ੍ਰਕਿਉਰਮੈਂਟ ਵਾਲੇ ਪਾਸਿਓਂ ਕੱਢ ਕੇ ਬਾਸਮਤੀ ਵਾਲੇ ਸਾਡੀਆਂ ਜਿੰਨੀਆਂ ਮਿਲਾਂ ਹੈ ਉਹ ਹਰਿਆਣੇ ਤੇ ਉਧਰੋਂ ਫਸਲ ਬਾਸਮਤੀ ਪੈਡੀ ਮੰਗਾਉਂਦੀਆਂ ਸੀਗੀਆਂ ਤੇ ਉਹਨੂੰ ਪ੍ਰੋਸੈਸ ਕਰਦੀਆਂ ਸੀ, ਬਾਸਮਤੀ ਚੌਲ ਐਕਸਪੋਰਟ ਕਰਦੀਆਂ ਸੀ। ਪਰ ਆਸ਼ੂ ਜੀ, ਮਤਲਬ ਪ੍ਰਾਈਵੇਟ ਪਲੇਅਰਸ ਹੀ ਖਰੀਦ ਰਹੇ ਆ ਨਾ ਉੱਥੇ। ਮੈਂ ਇਹ ਕਹਿਣਾ ਚਾਹੀਦਾ ਸਟੇਟ ਗਵਰਨਮੈਂਟ ਖਰੀਦ, ਗੱਲ ਉੱਥੇ ਹੀ ਆਉਣ ਲੱਗਿਆ ਸੀਗਾ। ਪਰ ਪਿਛਲੀ ਵਾਰ ਕੋਵਿਡ ਆ ਗਿਆ, ਇੱਕ ਵਾਰੀ ਬਾਸਮਤੀ ਦੇ ਰੇਟ ਗਿਰ ਗਏ, ਐਕਸਪੋਰਟ ਬੰਦ ਹੋਣ ਕਰਕੇ ਸਾਨੂੰ ਉਹ ਸਾਰੀ ਵੀ ਪ੍ਰਕਿਉਰਮੈਂਟ 'ਚ ਲੈਣੀ ਪਈ। ਜਦੋਂ ਇਹੋ ਜਿਹੀਆਂ ਇੱਕ ਦੋ ਚੀਜ਼ਾਂ ਆ ਜਾਂਦੀਆਂ ਨਾ, ਕਿਸਾਨਾਂ ਦੇ ਮਨ 'ਚ ਡਰ ਆ ਜਾਂਦਾ ਵੀ ਸਾਡੀ ਜਿਹੜੀ ਮਾਰਕੀਟ ਹੈ ਉਹ ਸਾਨੂੰ ਮਿਲੇਗੀ ਕਿ ਨਹੀਂ ਮਿਲੇਗੀ। ਉਹਦੇ ਤੇ ਫੋਕਸ ਕਰਨ ਦੀ ਬਹੁਤ ਲੋੜ ਆ। ਤੇ ਟਾਈਮ ਟੂ ਟਾਈਮ ਉਹਦੇ ਤੇ ਗੱਲਾਂ ਵੀ ਚੱਲੀਆਂ ਵੀ ਕੋਈ ਕੋਪਸ ਫੰਡ ਇਹੋ ਜਿਹਾ ਬਣਾ ਲਈਏ ਜਿਹੜਾ ਇਹਦੇ ਵਿੱਚੋਂ ਹੀ ਕੱਢ ਕੇ, ਜਾਂ ਸੈਂਟਰ ਗਵਰਨਮੈਂਟ ਜਿਵੇਂ ਬਾਰ-ਬਾਰ ਕੁਝ ਕਰਨਾ ਚਾਹ ਰਹੀ ਹੈ, ਜੇ ਉਹ ਇਹਨੂੰ ਪ੍ਰਕਿਉਰਮੈਂਟ ਨੂੰ ਘਟਾਉਣਾ ਚਾਹੁੰਦੀ ਹੈ, ਜਿਹੜਾ ਪ੍ਰਕਿਉਰਮੈਂਟ ਦਾ ਪੈਸਾ ਹੀ ਉਸ ਡਾਈਵਰਸਿਫਿਕੇਸ਼ਨ ਤੇ ਸਟੇਟ ਗਵਰਨਮੈਂਟ ਨੂੰ ਮਦਦ ਕਰਨ ਨੂੰ ਦੇ ਦੇ ਤਾਂ ਡਾਈਵਰਸਿਫਿਕੇਸ਼ਨ ਸੌਖੀ ਹੋ ਜਾਏਗੀ। ਮੰਡੀਆਂ ਹੁਣ ਸਟੇਟ ਗਵਰਨਮੈਂਟ ਨੂੰ ਨਹੀਂ ਡਾਈਵਰਸਿਫਿਕੇਸ਼ਨ ਲਈ ਇਨੀਸ਼ੀਏਟਿਵ ਲੈਣਾ ਚਾਹੀਦਾ? ਜੇ ਕਿਸੇ ਕ੍ਰੌਪ ਦੀ ਇੰਨੀ ਜ਼ਿਆਦਾ ਡਿਮਾਂਡ ਹੈਗੀ ਹੈ ਔਰ ਸਾਰਾ ਕੁਝ ਪ੍ਰਾਈਵੇਟ ਪਲੇਅਰਸ ਹੀ ਖਰੀਦ ਰਹੇ ਨੇ ਤੇ ਸਟੇਟ ਗਵਰਨਮੈਂਟ ਡਾਈਵਰਸਿਫਿਕੇਸ਼ਨ ਨੂੰ ਪ੍ਰਮੋਟ ਕਰਦੀ ਹੈ, ਮਸਟਰਡ ਆਇਲ ਦੀ ਬਹੁਤ ਜ਼ਬਰਦਸਤ ਡਿਮਾਂਡ ਹੈ ਮਾਰਕੀਟ 'ਚ। ਮੈਂ ਉਹੀ ਤੁਹਾਨੂੰ ਦੱਸਣਾ ਚਾਹ ਰਿਹਾ ਸੀ, ਤੁਸੀਂ ਗੱਲ ਟੋਕਤੀ। ਜਿਵੇਂ ਕਾਟਨ ਹੈ, ਉਹਨੂੰ ਪ੍ਰਮੋਟ ਕਰਨ ਲਈ ਸਟੇਟ ਗਵਰਨਮੈਂਟ ਨੇ ਆਪਣੀ ਸਾਰੀਆਂ ਛੱਡ ਦਿੱਤੀਆਂ ਡਿਊਟੀਆਂ, ਮਾਰਕੀਟ ਫੀਸ ਛੱਡਤੀ, ਉਹ ਛੱਡਤੀ ਵੀ ਤਾਂ ਕਿ ਉਹਦੀ ਖਰੀਦ ਹੋ ਜਾਏ। ਸਟੇਟ ਗਵਰਨਮੈਂਟ ਵੀ ਟਾਈਮ ਟੂ ਟਾਈਮ ਪ੍ਰਮੋਟ ਕਰਨ ਨੂੰ, ਡਾਈਵਰਸਿਫਿਕੇਸ਼ਨ ਨੂੰ ਕੋਈ ਨਾ ਕੋਈ ਰਾਇਤਾ ਦਿੰਦੀ ਹੈ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਨੂੰ ਤੁਸੀਂ ਕਾਮਯਾਬ ਮੰਨਦੇ ਹੋ ਜਾਂ ਨਹੀਂ? ਡਾਇਰੈਕਟ ਟ੍ਰਾਂਸਫਰ 3 ਸੀਜ਼ਨ ਪਹਿਲਾਂ ਸ਼ੁਰੂ ਹੋ ਗਈ ਸੀ।
ਇਹ ਹੁਣ ਸਿਰਫ ਜ਼ਿੱਦ ਪੁਗਾਈ ਗਈ ਹੈ ਕਿਸਾਨਾਂ ਦੇ ਖਾਤੇ 'ਚ ਆਰਟੀਜੀਐਸ ਰਾਹੀਂ ਸਿੱਧੀ ਅਦਾਇਗੀ ਪਿਛਲੀਆਂ 3 ਫਸਲਾਂ ਤੋਂ ਜਾ ਰਹੀ ਸੀ। ਇਹ ਤਾਂ ਹੁਣ ਆੜਤੀਆਂ ਨੂੰ ਵਿੱਚੋਂ ਬਾਹਰ ਕੱਢਣ ਲਈ ਕਿਹਾ ਗਿਆ ਵੀ ਐ ਪਾ ਦਿਓ। ਅੱਗੇ ਵੀ 72 ਘੰਟਿਆਂ 'ਚ ਇੰਜ ਜਾਣੀ ਹੈ, ਹੁਣ 48 ਘੰਟੇ 'ਚ ਇੰਜ ਜਾਣੀ ਹੈ, ਕੋਈ ਲੰਬਾ ਚੌੜਾ ਫਰਕ ਹੈ ਨਹੀਂ। ਪਰ ਹਾਂ, ਹਰ ਚੀਜ਼ 'ਚ ਹਮੇਸ਼ਾ ਇੰਪਰੂਵਮੈਂਟ ਦੀ ਗੁੰਜਾਇਸ਼ ਰਹਿੰਦੀ ਹੈ। ਅਗਰ ਅਸੀਂ ਟੈਕਨੋਲੋਜੀ ਇਨਵੋਲਵ ਕਰਦੇ ਹਾਂ, ਲੋਕਾਂ ਦੀ ਵਿੱਚੋਂ ਸ਼ਮੂਲੀਅਤ ਖਤਮ ਹੁੰਦੀ ਹੈ, ਉਹਦੇ ਦੇ ਫਾਇਦੇ ਹੀ ਰਹਿੰਦੇ ਆ, ਸਿਸਟਮ ਕਲੀਨ ਹੁੰਦਾ ਹੈ। ਕਾਂਗਰਸ ਦੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਵਾਅਦਾ ਕੀਤਾ ਸੀ ਸਰਕਾਰ ਨੇ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾਂਗੇ, ਪਰ ਉਹ ਮੁੱਦਾ ਉੱਥੇ ਹੀ ਖੜਾ। ਰਵਨੀਤ ਸਿੰਘ ਬਿੱਟੂ ਕਹਿੰਦੇ ਆ ਕਿ ਕੈਪਟਨ ਬਾਦਲਾਂ ਤੇ ਸੌਫਟ ਕਿਉਂ ਨੇ। ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਐਸਆਈਟੀ ਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ। ਭਾਰਤ ਭੂਸ਼ਣ ਆਸ਼ੂ ਕੀ ਕਹਿੰਦੇ ਆ? ਸਾਡਾ ਕਾਨੂੰਨ ਹੈ, ਉਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਤੇ ਕਾਰਵਾਈ ਹੋਣੀ ਹੈ, ਪਰ ਕਿਤੇ ਨਾ ਕਿਤੇ ਤੰਤਰ ਦੀਆਂ ਅੜਚਨਾਂ ਜਾਂ ਐਕਸਪਲੋਇਟੇਸ਼ਨ ਕਾਨੂੰਨ ਦੀ ਕਿਸੇ ਫਾਈਲ ਨੂੰ ਸੀਬੀਆਈ ਕੋਲ ਭਿਜਵਾ ਦਿਓ, ਉਹਦੇ ਤੋਂ ਵਾਪਸ ਲਿਆਓ, ਦੂਸਰੀ ਕੇਸਾਂ ਦੇ ਵਿੱਚ ਐਸਆਈਟੀ ਬਣ ਜਾਏ, ਉਸ ਐਸਆਈਟੀ ਤੇ ਆਬਜੈਕਸ਼ਨ ਕਰ ਦਿਓ, ਜਿਹੜੀਆਂ ਜੱਜਾਂ ਦੀਆਂ ਰਿਪੋਰਟਾਂ ਆਣ ਉਹਨਾਂ ਨੂੰ ਮੰਨਣ ਨੂੰ ਤਿਆਰ ਨਾ ਹੋਵੋ। ਮਤਲਬ ਜਿਹੜਾ ਬੰਦਾ ਵਿੱਚ ਅਕਿਊਜ਼ਡ ਹੁੰਦਾ ਹੈ ਉਹ ਤਾਂ ਰਿਜੈਕਟ ਕਰਦਾ ਹੀ ਕਰਦਾ ਆ, ਨਾਲ ਸਿਸਟਮ ਨੂੰ ਵੀ ਐਕਸਪਲੋਇਟ ਕਰਨ ਲੱਗ ਜਾਂਦੇ ਆ। ਹੁਣ ਜਨਤਕ ਕਰਨ ਦੀ ਤੁਸੀਂ ਠੀਕ ਰੱਖਣਾ ਨਾ, ਜਨਤਕ ਨਹੀਂ, ਜਿਹੜੀ ਜੁਡੀਸ਼ੀਅਲ ਸਿਸਟਮ ਹੈ ਉਹ ਕਿਸੇ ਦੇ ਵੀ ਹੱਥਾਂ 'ਚ ਨਹੀਂ ਹੁੰਦਾ, ਉਹ ਬੜਾ ਇੰਡੀਪੈਂਡੈਂਟ ਹੈ। ਮੈਂ ਜੁਡੀਸ਼ੀਅਲ ਸਿਸਟਮ ਦੀ ਗੱਲ ਨਹੀਂ ਕਰ ਰਿਹਾ, ਮੈਂ ਸਟੇਟ ਗਵਰਨਮੈਂਟ ਦੀ ਗੱਲ। ਸਟੇਟ ਗਵਰਨਮੈਂਟ ਦੀ ਤਾਂ ਐਸਆਈਟੀ ਕਰ ਹੀ ਰਹੀ ਸੀ ਕੰਮ, ਉਹਨੇ ਦਿੱਤਾ ਹੀ ਹੈ, ਰਿਪੋਰਟਾਂ ਦਿੱਤੀਆਂ ਹੀ ਆ, ਜਿਹਨੂੰ ਜੁਡੀਸ਼ੀਅਲ ਸਿਸਟਮ ਨੇ ਰਿਜੈਕਟ ਕਰਿਆ। ਪਰ ਉਹ ਰਿਜੈਕਟ ਹੋਣਾ ਨਹੀਂ ਸੀ ਚਾਹੀਦਾ, ਇਮੀਡੀਏਟ ਉਹਦੀ ਅਪੀਲ ਹੋਣੀ ਚਾਹੀਦੀ ਹੈ, ਉਸ ਆਰਡਰ ਨੂੰ ਸਟੇ ਕਰਨਾ ਚਾਹੀਦਾ। ਜਦੋਂ ਵੀ ਉਹ ਸਟੇ ਆਰਡਰ ਆ ਜਾਂਦਾ ਆ, ਉਹਨੂੰ ਪੜ੍ਹ ਕੇ ਕੀ ਉਹਦੇ 'ਚ ਕਮੀਆਂ ਸਮਝੀਆਂ ਜੁਡੀਸ਼ੀਅਲ ਸਿਸਟਮ ਨੇ, ਉਹਦੇ ਤੇ ਜਾਣਾ ਚਾਹੀਦਾ ਅਪੀਲ ਦੇ ਵਿੱਚ। ਪਰ ਪੰਜਾਬ ਦੀ ਜਨਤਾ ਚਾਹੁੰਦੀ ਹੈ ਇਹਦੇ ਤੇ ਫੈਸਲਾਕੁਨ ਕਾਰਵਾਈ ਹੋਣੀ ਚਾਹੀਦੀ ਹੈ। ਇਹ ਰਵਨੀਤ ਬਿੱਟੂ ਕਹਿੰਦੇ ਕੈਪਟਨ ਸੌਫਟ ਨੇ ਬਾਦਲ ਫੈਮਿਲੀ। ਕੋਈ ਕੈਪਟਨ ਸਾਹਿਬ ਤਾਂ ਬਾਰ-ਬਾਰ ਕਹਿ ਚੁੱਕੇ ਕੋਈ ਸੌਫਟਨੈਸ ਨਹੀਂ ਹੈ, ਪਰ ਜਾਬਤਾ ਤਾਂ ਪੂਰਾ ਹੁੰਦਾ ਕਾਨੂੰਨ ਦਾ। ਆਖਰੀ ਸਵਾਲ ਹੈਗਾ, ਤੁਹਾਡਾ ਜਿਹੜਾ ਪੈਨਲ ਹੈ, ਏਜੀ ਦਾ ਪੈਨਲ ਹੈ, ਉਸ ਤੇ ਵੀ ਸਵਾਲ ਉੱਠੇ ਨੇ। ਜਿਹੜੇ ਐਸਆਈਟੀ ਦੀ ਜਾਂਚ ਕਰ ਰਹੇ ਸੀ ਕੁਮਰ ਵਿਜੇ ਪ੍ਰਤਾਪ ਇਹ ਗੱਲ ਕਹਿੰਦੇ ਨੇ ਕਿ ਵਕੀਲਾਂ ਨੇ ਸਹੀ ਤਰ੍ਹਾਂ ਕੰਮ ਨਹੀਂ ਕੀਤਾ। ਇਹ ਜਦੋਂ ਤਾਈਂ ਫੈਸਲਾ ਸਾਹਮਣੇ ਨਹੀਂ ਆ ਜਾਂਦਾ ਉਹਦੇ ਤੇ ਕਮੈਂਟ ਕਰਨਾ, ਉਹ ਵੀ ਜਦੋਂ ਸਾਰੀਆਂ ਚੀਜ਼ਾਂ ਜੁਡੀਸ਼ੀਅਲ ਰਿਵਿਊ 'ਚ ਹੋਣ, ਇੱਕ ਜ਼ਿੰਮੇਵਾਰ ਅਹੁਦੇ ਤੇ ਰਹਿ ਕੇ ਤੁਹਾਨੂੰ ਕਰਨਾ ਵਾਜਬ ਨਹੀਂ ਹੈ। ਪਰ ਇੱਕ ਗੱਲ ਪੱਕੀ ਹੈ ਵੀ ਇਹਦੇ ਤੇ ਕਾਰਵਾਈ ਹੋਣੀ ਹੈ, ਕੁਦਰਤ ਵੀ ਚਾਹੁੰਦੀ ਹੈ ਤੇ ਕਰਨੀ ਵੀ ਪਊਗੀ, ਇਹ ਹੋਏਗੀ ਵੀ। ਆਸ਼ੂ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸਨ ਭਾਰਤ ਭੂਸ਼ਣ ਆਸ਼ੂ ਕਹਿੰਦੇ ਨੇ ਕਿ ਹਾਲਾਂਕਿ ਨਵਾਂ ਸਿਸਟਮ ਹੈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ, ਕਹਿੰਦੇ ਕਿ ਪੰਜਾਬ ਪਹਿਲਾਂ ਹੀ ਜਿਹੜਾ ਡਾਇਰੈਕਟ ਟ੍ਰਾਂਸਫਰ ਕਰ ਰਿਹਾ ਸੀ ਕਿਸਾਨਾਂ ਨੂੰ, ਨਵੇਂ ਸਿਸਟਮ ਦੇ ਨਾਲ ਕੋਈ ਬਹੁਤਾ ਬਦਲਾਵ ਨਹੀਂ ਹੋਇਆ। ਪਰ ਇੰਨੀ ਉਹ ਆਸ ਕਰ ਰਹੇ ਨੇ ਕਿ ਪਹਿਲਾਂ ਨਾਲੋਂ ਜ਼ਿਆਦਾ ਆਮਦ ਹੋਈ ਹੈ ਕਣਕ ਦੀ ਇਸ ਵਾਰੀ, ਤੇ ਕਹਿੰਦੇ ਨੇ ਕਿ ਬਿਹਤਰ ਪ੍ਰਬੰਧਾਂ ਦੇ ਜ਼ਰੀਏ ਜਿਹੜੀ ਲਿਫਟਿੰਗ ਹੈ, ਖਰੀਦ ਹੈ, ਉਹ ਕਣਕ ਦੀ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸਾਨਾਂ ਜਾਂ ਆੜਤੀਆਂ ਦੀਆਂ ਸ਼ਿਕਾਇਤਾਂ ਉਹ ਇੱਕ ਪਾਸੇ ਅਜੇ ਖੜੀਆਂ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।